गुड मॉर्निंग स्टूडेंट्स। हाँ जी अज का जोड़ा टॉपिक है वो थोड़ी नैक्सट जी बुक है इंग्लिश लिटरेचर बुक, ठीक है, सप्लीमेंट्री रीडर उसका टॉपिक है। आप जी मेन कोर्स बुक सी वो 3 चैप्टर एंड 2 पोएम्स कंप्लीट कर चुके हैं। तो अज आप जो नैक्सट जी थोड़ी बुक है सप्लीमेंट्री रीडर, ठीक है, लिटरेचर बुक है, वह जो फस्ट चैप्टर है आप वो करने जा रहे हैं। फस्ट ऑफ ऑल तुम बुक चैक कर सकते हो जी, ये अपनी बुक है, ठीक है, 9th की। इसका फस्ट चैप्टर की है थोड़े लवे दी मैजिक वायलिन, ठीक है। मैजिक वायलिन समझ रहे हो जी, मीन आप कहते एक तरह का जिन्होंने आप गिटार कह दें, ठीक है। बहुत ही वधिया स्टोरी है। एक स्टार्ट करते हैं जी। फस्ट ऑफ ऑल इसका जो राइटर है राइटर आनंद मालिक, ठीक है जी। राइटर हरेक जी पोएम है हरेक चैप्टर है जो याद रखना तुझी ने। तो फस्ट आप इनू डिस्कस करने जा रहे हैं राजे। स्टार्ट करते टॉपिक। इन सिसली देयर वंस लिव्ड ए बॉय हू वाज ऑलवेज हैप्पी ऑल्थो ही वाज पुअर। सिसली च एक आप कह दिए एक बॉय रहिंदा सी, एक लड़का रहिंदा सी, मुंडा रहिंदा सी जिहड़ा कि हमेशा की खुश रहिंदा सी भावें वो की सी गरीब सी। His parents died when he was young, so he set out by himself to seek his fortune। ਜਦੋਂ ਉਹ ਜਵਾਨ ਸੀਗਾ ਆਪਾਂ ਕਹਦੀਏ ਜੰਗ ਸੀਗਾ, ਛੋਟਾ ਸੀਗਾ, ਠੀਕ ਹੈ, ਉਹਦੇ ਜਿਹੜੇ ਪੇਰੈਂਟਸ ਸੀਗੀ ਉਹਨਾਂ ਦੀ ਕੀ ਹੈ ਡੈਥ ਹੋ ਗਈ ਸੀ। ਹੁਣ ਆਪਾਂ ਕਹਦੀਏ ਉਹ ਆਪਣੇ ਫਿਊਚਰ ਦੇ ਸਹਾਰੇ ਕੀ ਹੈ ਰਹਿ ਰਿਹਾ ਸੀ। ਹੀ ਲਾਫਡ ਮੇਅਰਲੀ ਐਟ ਐਵਰੀਥਿੰਗ ਐਂਡ ਆਲ ਥਰੂ his travels he was cheerful and happy, ठीक है। कहने का मतलब की है जी भी किदां दे भी हालात होण, ठीक है, वो हमेशा मुस्कुराउंदा सी ते उन्हां दा जिहड़ा सामना करदा सी हैप्पी ते चीयरफुल हो के। ही went out the country looking for work and at last one day he came to a farmhouse। कि जी वो एक कंट्री च गया आप कह दी, ठीक है, एक टाउन च गया जिथे की हैगा ਉਹਨੇ ਇੱਕ ਦਿਨ ਕੀ ਹੈਗਾ ਫਾਰਮ ਹਾਊਸ 'ਤੇ ਗਿਆ ਕੰਮ ਲਈ, ਠੀਕ ਹੈ। ਕੰਟਰੀ 'ਚ ਗਿਆ ਪਹਿਲਾਂ ਉਹ ਕੰਮ ਦੀ ਭਾਲ ਲਈ, ਫਿਰ ਉਹ ਇੱਕ ਫਾਰਮ ਹਾਊਸ 'ਤੇ ਪਹੁੰਚਦਾ। ਹੀ ਨੌਕ ਐਟ ਦੀ ਡੋਰ ਐਂਡ ਦੀ ਫਾਰਮ ਕੇਮ ਆਊਟ। ਉਹ ਡੋਰ ਨੂੰ ਨੌਕ ਕਰਦਾ ਅਤੇ ਇੱਕ ਫਾਰਮਰ ਜਿਹੜਾ ਬਾਹਰ ਆਉਂਦਾ। ਵਾਟ ਡੂ ਯੂ ਵਾਂਟ ਦੀ ਫਾਰਮਰ ਆਸਕ ਐਂਗਰਲੀ। ਹੀ ਵਾਜ਼ ਮੀਨ ਪਰਸਨ ਐਂਡ ਮੀਜਰ ਐਂਡ ਥੋਟ ਡੈਟ ਦੀ ਬॉय ਮਸਟ ਬੀ ਏ ਬੈਗਰ। ਜਦੋਂ ਉਹ ਡੋਰ 'ਤੇ ਜਾ ਕੇ ਨੌਕ ਕਰਦਾ ਦੈਨ ਉੱਥੋਂ ਵਾਟ ਡੂ ਯੂ ਵਾਂਟ ਦੀ ਆਵਾਜ਼ ਆਉਂਦੀ ਵੀ ਤੁਸੀਂ ਕੀ ਚਾਹੁੰਦੇ ਹੋ। ਗੁੱਛੇ 'ਚ ਇੱਕ ਜਿਹੜਾ ਫਾਰਮ ਬੋਲਦਾ, ਜਿਹੜਾ ਫਾਰਮਰ ਸੀ, ਠੀਕ ਹੈ, ਕਿਸਾਨ ਸੀ, ਉਹ ਬੋਲਦਾ। ਉਹ ਇੱਕ ਆਪਾਂ ਕਹਿੰਦੇ ਮੀਨ ਪਰਸਨ ਸੀ, ਸੈਲਫਿਸ਼ ਸੀਗਾ, ਠੀਕ ਹੈ, ਮਿਜਰ ਸੀਗਾ, ਦੁਸ਼ਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਤੇ ਉਹਨੂੰ ਇਹ ਲੱਗਦਾ ਸੀ ਜਿਹੜਾ ਬॉय ਆ ਉਹ ਕੀ ਹੈਗਾ ਇੱਕ ਭਿਖਾਰੀ ਹੈ। ਆਈ ਵਾਂਟ ਵਰਕ ਸੈਡ ਦੀ ਬॉय ਸਮਾਈਲਿੰਗ ਐਂਡ ਐਨੀ ਕਾਈਂਡ ਆਫ ਵਰਕ। ਬॉय ਨੇ ਜਿਹੜਾ ਲੜਕਾ ਸੀ ਹੱਸਦੇ ਹੋਏ ਚਿਹਰੇ ਨਾਲ ਕਿਹਾ ਵੀ ਮੈਨੂੰ ਵਰਕ ਚਾਹੀਦਾ ਕਿਸੇ ਵੀ ਪ੍ਰਕਾਰ ਦਾ ਹੋਵੇ, ਮੀਨਜ਼ ਕੰਮ ਚਾਹੀਦਾ ਕਿਸੇ ਵੀ ਪ੍ਰਕਾਰ ਦਾ ਹੋਵੇ। ਆਈ ਸੀ ਸੈਡ ਦੀ ਮੀਜਰਲੈਸ ਐਂਗਰਲੀ ਐਂਡ ਹੀ ਸਾ ਏ ਵੇ ਆਫ ਗੈਟਿੰਗ ਸਮਥਿੰਗ ਫਾਰ ਨਥਿੰਗ। ਹੁਣ ਜਿਹੜਾ ਫਾਰਮਰ ਸੀ ਉਹਨੇ ਕੀ ਕਿਹਾ, ਕਹਿੰਦਾ ਆਈ ਸੀ ਮੈਂ ਦੇਖਦਾ ਵੀ ਕੋਈ ਇੱਦਾਂ ਦਾ ਕੰਮ ਜਿਹਦੇ ਲਈ ਮੈਨੂੰ ਕੁਛ ਦੇਣਾ ਨਾ ਪਵੇ ਤੁਹਾਨੂੰ। ਵੈਲ ਯੂ ਕੈਨ ਕਮ ਐਂਡ ਲੁੱਕ ਆਫਟਰ ਮਾਈ ਗੋਡ। ਫਿਰ ਉਹ ਕੀ ਕਹਿੰਦਾ, ਉਹ ਕਹਿੰਦਾ ਤੁਸੀਂ ਆਓ, ਬੱਚੇ ਨੂੰ ਕਹਿੰਦਾ ਔਰ ਮੁੰਡੇ ਨੂੰ ਕਹਿੰਦਾ ਮੇਰੀ ਜਿਹੜੀ ਗੋਡਸ ਨੇ ਉਹਨਾਂ ਦੀ ਆਪਾਂ ਕਹਿੰਦੇ ਭੇਡਾਂ ਬੱਕਰੀਆਂ ਦੀ ਕੀ ਹੈਗਾ ਦੇਖਭਾਲ ਕਰੋ। ਸੋ ਦੀ ਬॉय ਵੈਂਟ ਟੂ ਲਿਵ ਇਨ ਦੀ ਫਾਰਮ ਹਾਊਸ ਐਂਡ ਐਵਰੀ ਡੇ ਹੀ ਟੁੱਕ ਦੀ ਗੋਡਸ ਟੂ ਹਿਲ ਟੂ ਗ੍ਰੇਸ। ਅਤੇ ਜਿਹੜਾ ਬॉय ਸੀਗਾ ਉਹ ਕਿੱਥੇ ਗਿਆ ਫਾਰਮ ਹਾਊਸ 'ਤੇ ਗਿਆ ਉਹਦੇ ਅਤੇ ਐਵਰੀ ਡੇ ਕੀ ਕਰਦਾ ਸੀ ਟੁੱਕ ਦੀ ਗੋਡਸ ਜਿਹੜੀਆਂ ਭੇਡਾਂ ਬੱਕਰੀਆਂ ਸੀ ਉਹਨਾਂ ਨੂੰ ਲੈ ਕੇ ਕਿੱਥੇ ਜਾਂਦਾ ਹਿਲ 'ਚ। ਹਿਲ 'ਚ ਹੁੰਦੀਆਂ ਰਾਜ ਪਹਾੜੀਆਂ, ਠੀਕ ਹੈ। ਗਰੇਜ ਹੁੰਦਾ ਚਰਾਉਣ ਜਾਣਾ, ਮੀਨਜ਼ ਉਹਨਾਂ ਨੂੰ ਕਿੱਥੇ ਲੈ ਕੇ ਜਾਂਦਾ ਸੀ ਪਹਾੜਾਂ 'ਤੇ। ਜਿਹੜੀਆਂ ਬੱਕਰੀਆਂ ਸੀਗੀਆਂ ਭੇਡਾਂ ਸੀਗੀਆਂ ਉਹਨਾਂ ਨੂੰ ਪਹਾੜਾਂ 'ਤੇ ਚਰਾਉਣ ਲਈ ਲੈ ਕੇ ਜਾਂਦਾ ਸੀ, ਠੀਕ ਹੈ। ਐਟ ਦੀ ਐਂਡ ਆਫ 3 years ਦੀ ਬॉय ਵਾਂਟਡ ਏ ਚੇਂਜ ਆਫ ਵਰਕ ਬਿਕੋਜ਼ ਹੀ ਫੈਲਟ ਲੋਨਲੀ ਇਨ ਦੀ ਹਿਲਸ। ਹੁਣ 3 ਸਾਲ ਖਤਮ ਹੋ ਗਏ ਸੀ ਉਹਨੂੰ ਕੰਮ ਕਰਦੇ ਨੂੰ ਉੱਥੇ, ਤਾਂ ਹੁਣ ਉਹ ਕੀ ਚਾਹੁੰਦਾ ਸੀ ਵੀ ਜਿਹੜਾ ਕੰਮ ਹੈ ਇਹ ਬਦਲਿਆ ਜਾਵੇ, ਚੇਂਜ ਕੀਤਾ ਜਾਵੇ। ਕਿਉਂਕਿ ਉਹ ਜਿਹੜਾ ਪਹਾੜਾਂ 'ਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ। ਵੈਨ ਹੀ ਕੇਮ ਹੋਮ ਐਟ ਨਾਈਟ,
ਇੱਕ ਨਾਈਟ ਉਹ ਜਿਹੜਾ ਘਰ ਆਇਆ ਉਹਦੇ ਫਾਰਮ ਦੇ, ਹੀ ਨੈਵਰ ਸਾ ਐਨੀ ਵਨ ਟੂ ਟਾਕ ਟੂ ਵਟ ਦੀ ਓਲਡਰ ਫਾਰਮ, ਉਹਨੂੰ ਕੋਈ ਵੀ ਨਹੀਂ ਉੱਥੇ ਦਿਖਿਆ ਵੀ ਜਿਹਨਾਂ ਉਹ ਗੱਲ ਕਰਦੇ ਫਰੈਂਡ ਦੇ ਜਿਹੜਾ ਉਹ ਫਾਰਮਰ ਸੀ ਉਹਨੂੰ ਉਹੀ ਦਿੱਕਤ ਉਹਦੇ ਨਾਲ ਗੱਲ ਕਰਨ ਲਈ। ਵਨ ਈਵਨਿੰਗ ਹੀ ਟੋਲਡ ਹਿਜ਼ ਮਾਸਟਰ, ਇੱਕ ਦਿਨ ਉਹਨੇ ਕੀ ਆਪਣੇ ਜਿਹੜਾ ਮਾਸਟਰ ਸੀ ਉਹਨੂੰ ਕਿਹਾ ਦੈਟ ਹੀ ਵਾਂਟ ਟੂ ਲੀਵ, ਕਿ ਉਹ ਜਿਹੜਾ ਉੱਥੋਂ ਜਾਣਾ ਚਾਹੁੰਦਾ ਹੈ। ਹੀ ਆਸਕਡ ਫਾਰ ਹਿਜ਼ wages that he had earned during the 3 year on the farm। ਉਹ ਕੀ ਕਹਿੰਦਾ ਆਪਣੇ ਜਿਹੜਾ ਮਾਸਟਰ ਸੀ ਉਹਨੂੰ ਕਹਿੰਦਾ ਵੀ wages ਹੁੰਦਾ ਰਿਹਾ ਜਾਂ ਆਪਾਂ ਕਹਿ ਜਿਹੜਾ ਧਨ ਸੀ ਉਹਨੇ ਕਮਾਇਆ, ਆਪਾਂ ਕਹਿ ਸੈਲਰੀ ਇੱਕ ਤਰ੍ਹਾਂ ਨਾਲ, ਠੀਕ ਹੈ। ਉਹ ਕਹਿੰਦਾ ਮੈਨੂੰ ਉਹ ਪੈਸੇ ਚਾਹੀਦੇ ਵੀ ਜਿਹੜਾ ਮੈਂ 3 ਸਾਲਾਂ 'ਚ ਇੱਥੇ ਕਮਾਇਆ ਤੇਰੇ ਫਾਰਮ 'ਤੇ ਕੰਮ ਕਰਕੇ, ਠੀਕ ਹੈ। wages cried the farmer angrily, wages, I never said anything about wages when I gave you work। ਉਹ ਕਹਿੰਦਾ ਪੈਸੇ ਜਾਂ ਆਪਾਂ ਕਹਿ ਜਿਹੜਾ ਤੂੰ ਕਮਾਇਆ ਸੀ ਉਹ ਚੀਜ਼ ਗੁੱਸੇ ਨਾਲ ਉਹ ਪੁੱਛ ਰਿਹਾ, ਕਹਿੰਦਾ ਮੈਂ ਤੈਨੂੰ ਆਈ ਨੈਵਰ ਸੈਟ, ਮੈਂ ਤੈਨੂੰ ਇਹ ਨਹੀਂ ਕਿਹਾ ਸੀ ਐਨੀਥਿੰਗ ਅਬਾਊਟ ਦੀ ਵੇਜਸ, ਵੀ ਜਿਹੜੇ ਪੈਸੇ ਬਾਰੇ ਸੀਗਾ, ਤਨਖਾਹ ਬਾਰੇ ਸੀਗਾ, ਠੀਕ ਹੈ, ਜਿਹੜੀ ਤੇਰੀ ਸੈਲਰੀ ਬਾਰੇ ਸੀ ਉਸ ਬਾਰੇ ਮੈਂ ਤੈਨੂੰ ਕੁਛ ਨਹੀਂ ਕਿਹਾ ਸੀ। ਵੈਨ ਆਈ ਗੇਵ ਯੂ ਵਰਕ, ਜਦੋਂ ਮੈਂ ਤੈਨੂੰ ਕਿਹਾ ਕੰਮ ਦਿੱਤਾ ਸੀਗਾ, ਠੀਕ ਹੈ, ਮੀਨਜ਼ ਉਹਦੇ ਰਿਟਰਨ 'ਚ ਜਿਹੜਾ ਕੰਮ ਤੂੰ ਕਰੇਗਾ ਉਹਦੇ ਰਿਟਰਨ 'ਚ ਤੈਨੂੰ ਮੈਂ ਪੈਸੇ ਦਊਂਗਾ, ਠੀਕ ਹੈ। ਇਸ ਬਾਰੇ ਮੈਂ ਕਹਿੰਦਾ ਕੁਛ ਨਹੀਂ ਕਿਹਾ ਸੀ ਤੈਨੂੰ। ਡੈਟ ਇਜ਼ ਸੋ ਆਨਸਰਡ ਦੀ ਬॉय, ਵਟ ਨੋ ਵਨ ਐਵਰ ਵਰਕ ਫਾਰ ਨਥਿੰਗ। ਜਿਹੜਾ ਬॉय ਕਹਿੰਦਾ ਫਿਰ ਕੀ ਹੈ, ਕੋਈ ਵੀ ਜਿਹੜਾ ਪਰਸਨ ਹੈ ਆਪਾਂ ਕਹਿ ਦਈਏ ਉਹ ਕਿਸੇ ਆਪਾਂ ਕਹਿ ਸਕਦੇ ਹਾਂ ਵੀ ਜੇ ਕੋਈ ਆਪਾਂ ਕੰਮ ਕਰਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਰਿਗਾਰਡ ਜਿਹੜਾ ਆਪਣਾ ਰਿਟਰਨ ਮਿਲਣਾ ਚਾਹੀਦਾ, ਠੀਕ ਹੈ। ਉਹ ਕਿਸੇ ਵੀ ਆਪਾਂ ਕਹਿ ਦਈਏ ਰੂਪ 'ਚ ਹੋਵੇ ਚਾਹੇ, ਠੀਕ ਹੈ, ਪੈਸੇ ਦੇ ਰੂਪ 'ਚ, ਕਿਸੇ ਹੋਰ ਚੀਜ਼ ਦੇ ਰੂਪ 'ਚ, ਠੀਕ ਹੈ, ਕਿਸੇ ਵੀ ਚੀਜ਼ ਦੇ ਮੀਨਜ਼ ਕੋਈ ਵੀ ਇੱਦਾਂ ਵਿਅਕਤੀ ਜਿਹੜਾ ਆਪਾਂ ਕਹਦੇ ਫਰੀ 'ਚ ਕੰਮ ਕਰੂਗਾ। ਉਹ ਇਹੀ ਗੱਲ ਕੀ ਹੈ ਬॉय ਉੱਥੇ ਕਹਿ ਰਿਹਾ, ਆਈ ਡਿਡ ਨਾਟ ਸੈਟਲ ਦੀ ਵੇਜਸ ਦੈਨ ਬਿਕੋਜ਼ ਆਈ ਥੋਟ ਯੂ ਆਰ ਏ ਜਸਟ ਮੈਨ। ਉਹ ਕਹਿੰਦਾ ਮੈਂ ਬॉय ਕਹਿ ਰਿਹਾ ਵੀ ਮੈਂ ਉਦੋਂ ਇਹ ਚੀਜ਼ ਕੀ ਆ ਡਿਸਾਈਡ ਨਹੀਂ ਕੀਤੀ ਸੀ, ਆਪਾਂ ਕਹਦੇ ਆਪਾਂ ਨੇ ਮਿਲ ਕੇ ਸੈਟਲ ਨਹੀਂ ਕੀਤੀ ਸੀ ਵੀ ਕੀ ਜਿਹੜਾ ਕਿੰਨਾ ਵੇਜਸ ਹੋਊਗਾ, ਕਿੰਨਾ ਮੇਰੀ ਸੈਲਰੀ ਹੋਊਗੀ, ਕਿੰਨੀ ਮੇਰੀ ਤਨਖਾਹ ਹੋਊਗੀ। ਬਿਕੋਜ਼ ਉਹ ਸੋਚਦਾ ਸੀ ਵੀ ਜਿਹੜਾ ਫਾਰਮਰ ਆ ਉਹ ਇੱਕ ਜਸਟ ਮੈਨ ਆ, ਠੀਕ ਹੈ, ਇੱਕ ਆਪਾਂ ਕਹਦੇ ਭਲਾ ਇਨਸਾਨ ਆ, ਚੰਗਾ ਇਨਸਾਨ ਆ। ਐਂਡ ਆਈ ਐਮ ਏ ਜਸਟ ਮੈਨ ਰੋਡ ਦੀ ਫਾਰਮ। ਹੁਣ ਉਹ ਕਹਿੰਦਾ ਫਾਰਮਰ ਕਹਿੰਦਾ ਮੈਂ ਜਸਟ ਮੈਨ, ਨੋ ਵਨ ਹੈਜ਼ ਐਵਰ ਟੋਲਡ ਮੀ ਦੈਟ ਕਿ ਆਈ ਵਾਜ਼ ਨੋਟ ਦੈਟ ਬਿਫੋਰ। ਕਹਿੰਦਾ ਮੈਨੂੰ ਇੱਦਾਂ ਦਾ ਕਿਸੇ ਨੇ ਨਹੀਂ ਕਿਹਾ ਹੱਦ ਤੱਕ ਜਿੱਦਾਂ ਤੂੰ ਕਹਿ ਰਿਹਾ। ਯੂ ਸ਼ੈਲ ਸੀ ਆਈ ਵਿਲ ਪੇ ਯੂਅਰ ਵੇਜਸ ਈਵਨ ਥੋ ਆਈ ਡੂ ਨਾਟ ਓਵੇ ਯੂਅਰ ਐਨੀ। ਹੁਣ ਕਹਿੰਦਾ ਮੈਂ ਸੋਚਦਾ ਚੱਲ ਮੈਂ ਤੈਨੂੰ ਕੁਛ ਨਾ ਕੁਛ ਕੀਆ ਦੇ ਦੇਣਾ। ਦੈਨ ਹੀ ਗੇਵ ਦੀ ਬॉय 3 copper coins ਫਾਰ 3 years work। ਦੈਨ ਫਿਰ ਕੀ ਕਰਦਾ ਉਹ ਜਿਹੜੇ ਬॉय ਨੂੰ 3 ਜਿਹੜੇ ਆਪਾਂ ਕਹਿ ਦਈਏ 3 copper coins ਦੇ ਜਾਂਦਾ 3 ਸਾਲ ਲਈ, ਜਿਹੜਾ ਉਹਨੇ 3 ਸਾਲਾਂ ਨੇ ਕੀ ਵਰਕ ਕੀਤਾ ਸੀ। ਦੀ ਬॉय ਲੁੱਕਡ ਐਟ ਹਿਮ ਐਂਡ ਲਾਫਡ। ਬॉय ਨੇ ਉਹਦੇ ਵੱਲ ਦੇਖਿਆ ਐਂਡ ਉਹ ਹੱਸਿਆ, ਮੁਸਕਰਾਇਆ। ਹੀ ਪੁੱਟ ਦੀ coin ਇਨ ਹਿਜ਼ ਪੋਕਿਟ, ਟੁੱਕ ਹਿਜ਼ ਹੈਵੀ ਹੈਡ ਐਂਡ ਵੈਂਟ ਆਫ whistling। ਹੁਣ ਜਿਹੜੇ ਉਹਨੇ 3 coins ਦਿੱਤੇ ਸੀ ਉਹਨੇ ਆਪਣੀ ਪੋਕਿਟ 'ਚ ਰੱਖੇ ਅਤੇ ਉੱਥੋਂ ਆਪਣੀ ਜਿਹੜੀ ਕਟੀ ਫਟੀ ਜਿਹੜੀ ਆਪਾਂ ਕਹਿੰਦੇ ਗੰਦੀ ਹੈਡ ਸੀ ਉਹ ਲਈ ਅਤੇ ਸੀਟੀਆਂ ਮਾਰਦਾ ਚਲਾ ਗਿਆ ਉੱਥੋਂ। ਦੈਟ ਨਾਈਟ ਹੀ ਸਲੈਪਟ ਅੰਡਰ ਏ haystack and in the morning when he wake up he saw an old beggar in front of him। ਹੁਣ ਉਸ ਰਾਤ ਜੇ ਰਾਤ ਉਹਨੇ ਘਰ ਛੱਡਿਆ ਸੀਗਾ ਉੱਥੋਂ ਫਾਰਮਰ ਦਾ, ਠੀਕ ਹੈ, ਉੱਥੋਂ ਆ ਕੇ ਇੱਕ ਦਰਖਤ ਦੇ ਨੀਚੇ ਆਪਾਂ ਕਹਿੰਦੇ ਹੇਸਟੇਕ ਨਾਂ ਦਾ ਜਿਹੜਾ ਪੇੜ ਸੀ, ਇੱਕ ਟਰੀ ਸੀ, ਉਹਦੇ ਹੇਠਾਂ ਪੈ ਕੇ ਜਦੋਂ ਸੁਬਾਹ ਮੋਰਨਿੰਗ ਉੱਠਦਾ ਤਾਂ ਉਹ ਕੀ ਦਿਖਦਾ, ਇੱਕ ਆਪਣੇ ਸਾਹਮਣੇ ਬੈਗਰ ਦਿਖਦਾ। ਦੀ ਵॉयਸ ਸਮਾਈਲ ਐਂਡ ਸੈਡ ਐਂਡ ਜਿਹੜਾ ਬॉय ਹੱਸਦਾ ਮੁਸਕਰਾਉਂਦਾ ਅਤੇ ਕਹਿੰਦਾ ਗੁੱਡ ਮੋਰਨਿੰਗ ਮਾਈ ਫਰੈਂਡ, ਯੂ ਆਰ ਆਊਟ ਆਫ ਬੈਡ ਅਰਲੀ। ਉਹ ਕਹਿੰਦਾ ਜਿਹੜਾ ਬॉय ਉਹਨੂੰ ਗੁੱਡ ਮੋਰਨਿੰਗ ਵਿਸ਼ ਕਰਦਾ, ਦੈਨ ਉਹਨੂੰ ਕਹਿੰਦਾ ਵੀ ਤੁਸੀਂ ਜਿਹੜਾ ਜਲਦੀ ਉੱਠ ਖੜੇ ਬੈਡ ਤੋਂ। ਆਈ ਐਮ ਰਿਪਲਾਈਡ ਦੀ ਬੈਗਰ। ਉਹ ਕਹਿੰਦਾ ਮੈਂ ਜਿਹੜਾ ਬੈਗਰ ਸੀ ਉਹ ਰਿਪਲਾਈ ਕਰ ਰਿਹਾ, ਆਈ ਵਾਜ਼ ਸੋ ਹੈਂਗਰੀ ਦੈਟ ਆਈ ਕੁਡ ਨਾਟ ਹੈਵ ਸਲੈਪਟ ਈਵਨ ਇਫ ਆਈ ਹੈਡ ਏ ਬੈਡ ਆਫ ਫੀਦਰ ਟੂ ਲੇ ਔਨ। ਉਹ ਕਹਿੰਦਾ ਜਿਹੜਾ ਬੈਗਰ ਹੈ ਕਹਿੰਦਾ ਮੈਂ ਬਹੁਤ ਜ਼ਿਆਦਾ ਭੁੱਖਾ ਸੀ ਇਸ ਲਈ ਮੈਂ ਸੋ ਨਹੀਂ ਸਕਿਆ, ਚਾਹੇ ਮੇਰੇ ਕੋਲ ਉਹ ਕਹਿੰਦਾ ਫੀਦਰਸ ਆਪਾਂ ਕਹਿੰਦੇ ਪੰਖੜੀਆਂ ਦਾ ਬਣਿਆ ਹੋਇਆ ਇੱਕ ਬੈੱਡ ਹੁੰਦਾ ਤਾਂ ਵੀ ਕੀ ਹੈ ਮੈਂ ਸੌ ਨਹੀਂ ਸਕਦਾ ਸੀ। ਕੈਨ ਯੂ ਸਪੇਅਰ ਮੀ ਏ ਕਾਪਰ ਕੋਇਨ ਔਰ 2।
ਆਈ ਐਮ ਸੋ ਹੰਗਰੀ। ਉਹ ਕਹਿੰਦਾ ਤੁਸੀਂ ਮੈਨੂੰ 1-2 ਜਿਹੜੇ ਕੋਪਰ ਕੋਇਨ ਦੇ ਸਕਦੇ ਹੋ ਕਿਉਂਕਿ ਮੈਂ ਕੀ ਹੈਗਾ ਬਹੁਤ ਜ਼ਿਆਦਾ ਭੁੱਖਾ ਗਾ, ਹੰਗਰੀ ਹੈ। ਠੀਕ ਹੈ ਰਾਜੇ, ਜਿਹੜਾ ਅੱਜ ਆਪਣਾ ਇਹ ਟੋਪਿਕ ਹੈ ਰਾਜੇ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਠੀਕ ਹੈ, ਅੱਗੇ ਜਿਹੜਾ ਨੈਕਸਟ ਆਪਣਾ ਹੋਊਗਾ ਲੈਕਚਰ ਉਸ 'ਚ ਆਪਾਂ ਅੱਗੇ ਇਹਨੂੰ ਕੰਟੀਨਿਊ ਕਰਾਂਗੇ ਇਹੀ ਚੈਪਟਰ। ਧਿਆਨ ਨਾਲ ਸਮਝੋ ਰਾਜੇ। ਠੀਕ ਹੈ, ਸਟੋਰੀ ਨੂੰ ਬਹੁਤ ਹੀ ਵਧੀਆ ਸਟੋਰੀ ਹੈ, ਇੰਟਰਸਟਿੰਗ ਸਟੋਰੀ ਹੈਗੀ। ਫਿਰ ਵੀ ਕੋਈ ਕਨਫਿਊਜ਼ਨ ਹੈ ਤੁਸੀਂ ਕਿਸੇ ਵਰਡ ਮੀਨਿੰਗ ਨੂੰ ਲੈ ਕੇ ਤੁਸੀਂ ਮੇਰੇ ਨਾਲ ਕੀ ਆ ਡਿਸਕਸ ਕਰ ਲਿਓ।